ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਇੱਕ ਅਜਿਹੇ ਮੁੱਦੇ ਬਾਰੇ ਗੱਲਬਾਤ ਕਰਾਂਗੇ ਜੋ ਕਿ ਗਰੀਬ ਅਮੀਰ ਮੱਧਮ ਵਰਗ ਹਰ ਕਿਸੇ ਨਾਲ ਜੁੜਿਆ ਹੋਇਆ ਮੁੱਦਾ ਹੈ, ਜਿਸ ਦਾ ਅਸਰ ਹਰ ਬੰਦੇ ਦੀ ਆਮਦਨ ਤੋਂ ਲੈ ਕੇ ਉਸ ਦੀ ਰਸੋਈ ਤੱਕ ਦੇਖਣ ਨੂੰ ਮਿਲਦਾ ਹੈ। ਥਾਂ ਥਾਂ 'ਤੇ ਅਕਸਰ ਜਿਹੜਾ ਹੈ ਲੋਕ ਉਸ ਦੀ ਗੱਲਾਂ ਬਾਤਾਂ ਕਰਦੇ ਜ਼ਿਕਰ ਕਰਦੇ ਦਿਖਾਈ ਦਿੰਦੇ ਨੇ। ਤੇ ਦੋਸਤੋ ਤੁਸੀਂ ਸਮਝ ਹੀ ਚੁੱਕੇ ਹੋਵੋਗੇ ਵੀ ਕਿ ਉਹ ਮੁੱਦਾ ਹੈ ਮਹਿੰਗਾਈ, ਜੋ ਕਿ ਮੌਜੂਦਾ ਸਮੇਂ ਦੇ ਵਿੱਚ ਲਗਾਤਾਰ ਵੱਧਦੀ ਜਾ ਰਹੀ ਹੈ, ਘਟਣ ਦਾ ਨਾਮ ਨਹੀਂ ਲੈ ਰਹੀ। ਅਤੇ ਨਾ ਹੀ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਇਸ 'ਤੇ ਨੱਥ ਪਾਉਣ ਲਈ ਕੋਈ ਇਸ ਤਰ੍ਹਾਂ ਦੀ ਵਿਉਂਤਬੰਦੀ ਕਰਦੀ ਦਿਖਾਈ ਦੇ ਰਹੀਆਂ ਨੇ, ਕੋਈ ਪਲੈਨਿੰਗ ਕਰਦੀ ਦਿਖਾਈ ਦੇ ਰਹੀਆਂ ਨੇ, ਕੁਝ ਵੀ ਨਹੀਂ ਕਰ ਰਹੀਆਂ। ਪਰ ਗੱਲ ਕਰੀਏ ਤਾਂ ਮਹਿੰਗਾਈ ਨਿੱਤ ਜਿਹੜੀ ਹੈਗੀ ਹੈ ਵੱਧਦੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਸਾਹਮਣੇ ਆਏ ਆંકੜਿਆਂ ਤੋਂ ਇਹ ਚੀਜ਼ ਜਿਹੜੀ ਹੈ ਸਾਹਮਣੇ ਆਈ ਹੈ ਵੀ ਕਿ ਮੌਜੂਦਾ ਸਮੇਂ ਦੇ ਵਿੱਚ ਜਿਹੜਾ ਹੈਗਾ ਇਹ ਪ੍ਰਚੂਨ ਜਿਹੜੀ ਖਰੀਦ ਹੈ, ਖੁਰਾਕੀ ਵਸਤੂ ਹੈ ਜਾਂ ਹੋਰ ਤੇਲ ਕੀਮਤ ਹੈ, ਇਸ ਦੇ ਵਿੱਚ ਜਿਹੜੀ ਮਹਿੰਗਾਈ ਦੀ ਦਰ ਨਿਕਲ ਕੇ ਸਾਹਮਣੇ ਆਈ ਹੈ ਉਹ 8% ਦੇ ਕਰੀਬ ਆਈ ਹੈ। 7.79% ਜਿਹੜੀ ਮਹਿੰਗਾਈ ਦਰ ਵੱਧ ਚੁੱਕੀ ਹੈ। ਅਤੇ ਗੱਲ ਕਰੀਏ ਤਾਂ ਇਹ ਮਹਿੰਗਾਈ ਦੀ ਦਰ ਜਿਹੜੀ ਹੈ ਪਿਛਲੇ 8 ਸਾਲਾਂ ਤੋਂ ਸਿਖਰ 'ਤੇ ਪਹੁੰਚ ਚੁੱਕੀ ਹੈ। ਸਭ ਤੋਂ ਵੱਧ ਜਿਹੜੀ ਹੈ ਹੁਣ ਦਰਜ ਕੀਤੀ ਗਈ ਹੈ। ਅਤੇ ਜੇ ਉਹ ਹਾਲਾਤ ਦਿਖਾਈ ਦੇ ਰਹੇ ਨੇ ਉਹ ਸਾਫ਼ ਤੌਰ 'ਤੇ ਦਿਖਾਈ ਦੇ ਰਹੇ ਨੇ ਵੀ ਕਿ ਆਉਣ ਵਾਲੇ ਸਮੇਂ 'ਚ ਮਹਿੰਗਾਈ ਜਿਹੜੀ ਹੈ ਉਹ ਘਟਣ ਦਾ ਨਾਮ ਨਹੀਂ ਲੈ ਰਹੀ, ਬਲਕਿ ਹੋਰ ਵੱਧਦੀ ਜਾ ਰਹੀ ਹੈ। ਦੋਸਤੋ ਅਸੀਂ ਦੱਸਣਾ ਚਾਹਾਂਗੇ ਮੌਜੂਦਾ ਸਮੇਂ ਦੇ ਵਿੱਚ ਸਭ ਤੋਂ ਵੱਧ ਮਹਿੰਗਾਈ ਜਿਹੜੀ ਹੈ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਦੇਖ ਰਹੇ ਹਾਂ। ਰਸੋਈ ਗੈਸ ਜੋ ਕਿ ਹਰ ਘਰ ਦੇ ਵਿੱਚ ਬਲਦੀ ਹੈ ਉਸ ਦੇ ਵਿੱਚ ਦੇਖ ਰਹੇ ਹਾਂ। ਇਸ ਦੇ ਨਾਲ ਹੀ ਖੁਰਾਕੀ ਤੇਲਾਂ ਦੇ ਵਿੱਚ ਜੋ ਕਿ ਹਰ ਘਰ ਦੇ ਵਿੱਚ ਖਾਣ ਪੀਣ ਲਈ ਤੇਲ ਵਰਤੇ ਜਾਂਦੇ ਨੇ, ਉਹਨਾਂ ਦੀਆਂ ਕੀਮਤਾਂ ਵੀ ਅਸਮਾਨ 'ਤੇ ਜਿਹੜੀਆਂ ਪਹੁੰਚਦੀਆਂ ਜਾ ਰਹੀਆਂ। ਇੱਕ ਆਮ ਬੰਦੇ ਦੇ ਹੱਥੋਂ ਜਿਹੜੀਆਂ ਬਾਹਰ ਹੁੰਦੀਆਂ ਜਾ ਰਹੀਆਂ। ਅਤੇ ਜੇਕਰ ਆਮ ਬੰਦੇ ਨੂੰ ਖਾਣ ਪੀਣ ਦਾ ਸਮਾਨ ਖਰੀਦਣਾ ਹੀ ਮੁਸ਼ਕਿਲ ਹੋ ਜਾਏਗਾ ਤਾਂ ਉਹ ਕਿਵੇਂ ਆਪਣਾ ਜੀਵਨ ਜਿਉਣ 'ਚ ਕਾਮਯਾਬ ਹੋਵੇਗਾ। ਉਸ 'ਚ ਕਿੰਨੀਆਂ ਦਿੱਕਤਾਂ ਆਉਣਗੀਆਂ ਉਹ ਸਭ ਨੂੰ ਪਤਾ ਹੀ ਹੈ। ਇਸ ਲਈ ਲੋੜ ਹੈ ਵੀ ਕਿ ਸਰਕਾਰਾਂ ਨੂੰ ਇਸ ਬਾਰੇ ਸੋਚਣ ਦੀ, ਕੋਈ ਵਿਚਾਰ ਕਰਨ ਦੀ। ਪਰ ਸਾਡੀਆਂ ਸਰਕਾਰਾਂ ਅਜਿਹਾ ਕੁਝ ਨਹੀਂ ਕਰ ਰਹੀਆਂ। ਉਹ ਸਿਰਫ ਗੱਲੀ ਬਾਤੀ ਤਾਂ ਵੱਡੀ ਵੱਡੀ ਗੱਲਾਂ ਕਰ ਰਹੀਆਂ ਨੇ, ਦਾਅਵੇ ਕਰ ਰਹੀਆਂ ਨੇ, ਪਰ ਉਹ ਜ਼ਮੀਨੀ ਪੱਧਰ 'ਤੇ ਉਸ ਦਾ ਕੁਝ ਵੀ ਨਹੀਂ ਹੋ ਰਿਹਾ। ਪਰ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਵੀ ਕਿ ਇਹ ਮਹਿੰਗਾਈ ਕਦੋਂ ਸ਼ੁਰੂ ਹੋਈ, ਕਿਹੜੇ ਹਾਲਾਤਾਂ 'ਚ ਸ਼ੁਰੂ ਹੋਈ ਅਤੇ ਅੱਜ ਉਹ ਪਹੁੰਚਦੀ ਕਿੱਥੇ ਪਹੁੰਚ ਚੁੱਕੀ ਹੈ। ਦੋਸਤੋ ਅਸੀਂ ਦੱਸਣਾ ਚਾਹਾਂਗੇ ਵੀ ਕਿ ਜਦੋਂ ਦੇਸ਼ ਦੇ ਵਿੱਚ UPA ਦੀ ਸਰਕਾਰ ਬਣੀ ਸੀ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਸੀਗੇ ਮਨਮੋਹਨ ਸਿੰਘ ਜੀ, ਜੋ ਕਿ ਇੱਕ ਵੱਡੇ ਅਰਥ ਸ਼ਾਸਤਰੀ ਵੀ ਮੰਨੇ ਜਾਂਦੇ ਨੇ, ਦੁਨੀਆ ਭਰ 'ਚ ਉਹਨਾਂ ਦਾ ਨਾਮ ਬੋਲਦਾ ਅਤੇ ਲੋਕਾਂ ਨੂੰ ਵੀ ਉਹਨਾਂ ਤੋਂ ਆਸਾਂ ਉਮੀਦਾਂ ਬਹੁਤ ਜ਼ਿਆਦਾ ਸੀ, ਕਿਉਂਕਿ ਉਹ ਇੱਕ ਆਮ ਪਰਿਵਾਰ ਤੋਂ ਉੱਠ ਕੇ ਜਿਹੜਾ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਪਹੁੰਚੇ ਸੀ। ਵੀ ਕਿਹਾ ਮਨਮੋਹਨ ਸਿੰਘ ਜੀ ਜਿਹੜੇ ਇੱਕ ਦੁਨੀਆ ਦੇ ਮੰਨੇ ਪ੍ਰਮੰਨੇ ਜਿਹੜੇ ਅਰਥ ਸ਼ਾਸਤਰੀ ਨੇ, ਇਹ ਦੇਸ਼ ਲਈ ਇੱਕ ਵੱਡੀ ਜਿਹੜੀ ਹੈਗਾ ਵਧੀਆ ਰਾਹ ਦਿਖਾਉਣਗੇ, ਇੱਕ ਵਧੀਆ ਫੈਸਲੇ ਲੈਣਗੇ। ਪਰ ਗੱਲ ਕਰੀਏ ਤਾਂ ਉਹਨਾਂ ਦੀ ਸਰਕਾਰ ਦੇ ਸਮੇਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ, ਰਸੋਈ ਗੈਸ ਦੀਆਂ ਕੀਮਤਾਂ ਅਤੇ ਹੋਰ ਵੀ ਕਈ ਚੀਜ਼ਾਂ ਦੀ ਕੀਮਤਾਂ 'ਚ ਜਿਹੜੇ ਵਾਧਾ ਹੋਣਾ ਸ਼ੁਰੂ ਹੋ ਚੁੱਕਾ ਸੀਗਾ ਅਤੇ ਉਹ ਘਟਣ ਦਾ ਨਾਂ ਨਹੀਂ ਲੈ ਰਿਹਾ ਸੀ। ਅਤੇ ਉਸੇ ਚੀਜ਼ ਨੂੰ ਜਿਹੜਾ ਹੈਗਾ ਮੁੱਖ ਮੁੱਦਾ ਬਣਾਉਂਦਿਆਂ ਭਾਜਪਾ ਨੇ ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਇੱਕ ਵੱਡੇ ਪੱਧਰ 'ਤੇ ਦੇਸ਼ ਭਰ ਦਾ ਮੁੱਦਾ ਬਣਾਇਆ। ਭਾਜਪਾ ਵੱਲੋਂ ਦੇਸ਼ ਭਰ ਦੇ ਵਿੱਚ ਸੰਘਰਸ਼ ਕੀਤੇ ਗਏ, ਪ੍ਰਦਰਸ਼ਨ ਕੀਤੇ ਗਏ ਅਤੇ ਇਸ ਮੁੱਦੇ ਨੂੰ ਘਰ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਕਿ ਕਿਵੇਂ UPA ਸਰਕਾਰ ਦੇ ਸਮੇਂ ਪੈਟਰੋਲ ਦੀਆਂ ਕੀਮਤਾਂ 65 ਰੁਪਏ ਪ੍ਰਤੀ ਲੀਟਰ ਜਿਹੜੀਆਂ ਪਹੁੰਚ ਚੁੱਕੀਆਂ ਸੀ, ਤਾਂ ਰਸੋਈ ਗੈਸ ਦੀ ਕੀਮਤ 450 ਰੁਪਏ ਦੀ ਦੇ ਕਰੀਬ ਜਿਹੜਾ ਹੈਗਾ ਪ੍ਰਤੀ ਸਿਲੰਡਰ ਪਹੁੰਚ ਗਈ ਸੀ। ਪਰ ਗੱਲ ਕਰੀਏ 2014 ਦੇ ਵਿੱਚ ਦੇਸ਼ ਦੇ ਲੋਕਾਂ ਨੇ ਵੀ ਨਰਿੰਦਰ ਮੋਦੀ ਨੂੰ ਇੱਕ ਵੱਡਾ ਜਿਹੜਾ ਹੈਗਾ ਫਤਵਾ ਦਿੱਤਾ। ਦੇਸ਼ ਦੇ ਵਿੱਚ ਭਾਜਪਾ ਪੂਰਨ ਬਹੁਮਤ ਨਾਲ ਸੱਤਾ ਦੇ ਵਿੱਚ ਕਾਬਜ਼ ਹੋਈ। ਇਹ ਵੀ ਪਹਿਲੀ ਵਾਰ ਸੀਗਾ ਵੀ ਕਿ ਭਾਜਪਾ ਜਿਹੜੀ ਹੈਗੀ ਇਕੱਲੀ ਸਭ ਤੋਂ ਵੱਡੀ ਪਾਰਟੀ ਬਣ ਕੇ ਕੇਂਦਰ ਦੇ ਵਿੱਚ ਕਾਬਜ਼ ਹੋਈ ਸੀ। ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ, ਜਿਨ੍ਹਾਂ ਤੋਂ ਦੇਸ਼ ਦੇ ਲੋਕਾਂ ਨੂੰ ਬਹੁਤ ਵੱਡੀਆਂ ਆਸਾਂ ਸੀਗੀਆਂ। ਉਹਨਾਂ ਨੂੰ ਐਂ ਸੀਗਾ ਵੀ ਕਿ ਪ੍ਰਧਾਨ ਮੰਤਰੀ ਵਾਰ-ਵਾਰ ਇੱਕ ਗੱਲ ਦਾ ਪ੍ਰਚਾਰ ਕਰਦੇ ਆ ਰਹੇ ਸੀ ਵੀ ਕਿ ਉਹ ਚਾਹ ਵੇਚ ਕੇ ਜਿਹੜਾ ਹੈ ਅੱਜ ਇਸ ਕੁਰਸੀ 'ਤੇ ਪਹੁੰਚੇ ਨੇ। ਅਤੇ ਮਤਲਬ ਵੀ ਕਿ ਉਹ ਵੀ ਇੱਕ ਜ਼ਮੀਨ ਨਾਲ ਜੁੜੇ ਹੋਏ ਆਗੂ ਨੇ ਅਤੇ ਉਹਨਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਪਤਾ ਵੀ ਕਿ ਇੱਕ ਗਰੀਬ ਬੰਦੇ ਨੂੰ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਦਿੱਕਤਾਂ ਝੱਲਣੀਆਂ ਪੈਂਦੀਆਂ, ਇੱਕ ਮੱਧਮ ਵਰਗ ਨੂੰ ਕਿਸ ਤਰ੍ਹਾਂ ਦੀ ਅਤੇ ਅਮੀਰ ਵਰਗ ਦਾ ਜਿਹੜਾ ਹੈਗਾ ਜੀਵਨ ਕਿਸ ਤਰ੍ਹਾਂ ਦਾ ਹੁੰਦਾ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਸਾਰਾ ਕੁਝ ਪਤਾ ਹੈ। ਅਤੇ ਦੇਸ਼ ਦੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਵੀ ਪਾਈਆਂ ਅਤੇ ਕਾਮਯਾਬੀ ਕੀਤਾ। ਪਰ ਗੱਲ ਕਰੀਏ 2014 'ਚ ਭਾਜਪਾ ਦੇਸ਼ ਦੀ ਸੱਤਾ ਦੇ ਵਿੱਚ ਕਾਬਜ਼ ਹੋ ਗਈ ਸੀ ਅਤੇ ਉਸ ਤੋਂ ਬਾਅਦ 2019 'ਚ ਵੀ ਭਾਜਪਾ ਨੂੰ ਜਿਹੜਾ ਹੈਗਾ ਲੋਕਾਂ ਨੇ ਵੱਡਾ ਹੁੰਗਾਰਾ ਦਿੱਤਾ।
ਬਹੁਤ ਵੋਟਾਂ ਪਾਈਆਂ ਤੇ ਸਰਕਾਰ ਮੁੜ ਬਣੀ। ਪਰ ਗੱਲ ਕਰੀਏ 2014 ਤੋਂ 2022 ਦੇ 8 ਸਾਲ ਦੀ, ਇਹਨਾਂ 8 ਸਾਲਾਂ ਦੇ ਵਿੱਚ ਦੇਸ਼ ਦੇ ਵਿੱਚ ਮਹਿੰਗਾਈ ਘਟਣ ਦਾ ਨਾਂ ਨਹੀਂ ਲੈ ਰਹੀ, ਲਗਾਤਾਰ ਵੱਧਦੀ ਜਾ ਰਹੀ ਹੈ। ਇਹੀ ਨਤੀਜਾ ਹੈ ਵੀ ਕਿ ਜਿਹੜਾ UPA ਸਰਕਾਰ ਦੇ ਸਮੇਂ ਭਾਜਪਾ ਵੱਲੋਂ 65 ਰੁਪਏ ਪ੍ਰਤੀ ਲੀਟਰ ਪੈਟਰੋਲ ਤੇ ਜਿਹੜੇ ਐਡੇ ਵੱਡੇ ਵੱਡੇ ਰੋਸ ਪ੍ਰਦਰਸ਼ਨ ਕੀਤੇ ਗਏ ਸੀ, ਅੱਜ ਉਸ ਪੈਟਰੋਲ ਦੀਆਂ ਕੀਮਤਾਂ ਦੇਸ਼ ਭਰ ਦੇ ਵਿੱਚ 105 ਰੁਪਏ ਪ੍ਰਤੀ ਲੀਟਰ ਦੇ ਕਰੀਬ ਜਿਹੜੀਆਂ ਹੈਗੀਆਂ ਪਹੁੰਚ ਚੁੱਕੀਆਂ ਨੇ। ਤੇ ਪੂਰੇ ਦੇਸ਼ 'ਚ ਹੀ ਦੇਖੀਏ ਤਾਂ 100 ਰੁਪਏ ਤੋਂ ਵੱਧ ਪੈਟਰੋਲ ਜਿਹੜਾ ਹੈਗਾ ਮਿਲ ਰਿਹਾ ਤੇ ਡੀਜ਼ਲ ਦੀ ਕੀਮਤ ਵੀ 90 ਰੁਪਏ ਤੋਂ ਵੱਧ ਜਿਹੜੀ ਹੈਗੀ ਚੱਲ ਰਹੀ ਹੈ। ਤੇ ਇਸ ਦੇ ਨਾਲ ਹੀ ਜੇ ਗੱਲ ਕਰੀਏ ਰਸੋਈ ਗੈਸ ਦੀ, ਗੈਸ ਸਿਲੰਡਰ ਜਿਹੜਾ UPA ਸਰਕਾਰ ਦੇ ਸਮੇਂ 450 ਰੁਪਏ ਪ੍ਰਤੀ ਸਿਲੰਡਰ ਮਿਲਦਾ ਸੀ, ਅੱਜ ਉਸ ਦੀ ਕੀਮਤ ਵੀ 1000 ਤੋਂ ਟੱਪ ਚੁੱਕੀ ਹੈ। ਤੇ ਹੋਰ ਜਿਹੜੀ ਹੈਗੀ ਲਗਾਤਾਰ ਇਹ ਵੱਧਦੀ ਜਾ ਰਹੀ ਹੈ। ਤੇ ਇਸ ਤੋਂ ਪਤਾ ਲੱਗਦਾ ਵੀ ਕਿ ਜਿਹੜੇ ਮੌਜੂਦਾ ਕੇਂਦਰ ਸਰਕਾਰ ਹੈ, ਵੱਡੇ ਵੱਡੇ ਦਾਅਵੇ, ਵੱਡੇ ਵੱਡੇ ਵਾਅਦੇ ਕਰਕੇ ਦੇਸ਼ ਦੀ ਸੱਤਾ 'ਤੇ ਕਾਬਜ਼ ਤਾਂ ਹੋਊਗੀ, ਪਰ ਇਹ 8 ਸਾਲਾਂ ਦੌਰਾਨ ਦੇਸ਼ 'ਚ ਮਹਿੰਗਾਈ ਕਿਤੇ ਤੋਂ ਕਿਤੇ ਪਹੁੰਚ ਚੁੱਕੀ ਹੈ ਤੇ ਕੇਂਦਰ ਸਰਕਾਰ ਹਲੇ ਵੀ ਇਸ ਮਹਿੰਗਾਈ ਨੂੰ ਰੋਕਣ 'ਚ ਕਾਮਯਾਬ ਨਹੀਂ ਹੋ ਪਾ ਰਹੀ ਤੇ ਮਹਿੰਗਾਈ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਦੇ ਨਾਲ ਹੀ ਗੱਲ ਕਰੀਏ ਤਾਂ ਆਪਾਂ ਪੰਜਾਬ ਨਾਲ ਵੀ ਜੁੜੇ ਹੋਏ ਹਾਂ, ਤਾਂ ਪੰਜਾਬ ਦੀ ਗੱਲ ਜ਼ਰੂਰ ਕਰਾਂਗੇ ਵੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਜ਼ਿਆਦਾ ਵੋਟਾਂ ਪਾਈਆਂ, 117 'ਚੋਂ 92 ਸੀਟਾਂ 'ਤੇ ਜਿਹੜੀ ਜਿੱਤ ਦਰਜ ਕਰਵਾਈ ਹੈ। ਤੇ ਆਮ ਆਦਮੀ ਪਾਰਟੀ ਵੀ ਜਿਹੜਾ ਹੈਗਾ ਇਸ ਮਹਿੰਗਾਈ ਨੂੰ ਆਪਣੇ ਪੱਧਰ 'ਤੇ ਰੋਕਣ 'ਚ ਕਾਮਯਾਬ ਨਹੀਂ ਹੋ ਪਾ ਰਹੀ, ਕਿਉਂਕਿ ਦੇਖੀਏ ਵੈਸੇ ਤਾਂ ਜ਼ਿਆਦਾਤਰ ਹੁਣ ਟੈਕਸਿਸ ਆ ਉਹ GST ਦੇ ਅੰਡਰ ਆ ਚੁੱਕੇ ਨੇ। ਹਰ ਚੀਜ਼ 'ਤੇ ਟੈਕਸ ਜਿਹੜਾ ਹੈਗਾ ਉਹ GST ਲੱਗਦੀ ਹੈ ਤੇ GST ਕੇਂਦਰ ਕੋਲ ਚਲਾ ਜਾਂਦਾ। ਪਰ ਹਲੇ ਵੀ ਕੁਝ ਚੀਜ਼ਾਂ ਇਹੋ ਜਿਹੀਆਂ ਨੇ, ਮੁੱਖ ਤੌਰ 'ਤੇ ਗੱਲ ਕਰੀਏ ਪੈਟਰੋਲ ਦੀ, ਜਿਸ ਦੀ ਕੀਮਤ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ। ਇਸ 'ਤੇ ਕੇਂਦਰ ਅਤੇ ਸੂਬਾ ਸਰਕਾਰਾਂ ਦੋਵੇਂ ਟੈਕਸ ਲਾਉਂਦੀਆਂ ਨੇ ਤੇ ਸਰਕਾਰ ਚਾਹਵੇ ਤਾਂ ਉਹ ਆਪਣੇ ਲੈਵਲ 'ਤੇ ਸਟੇਟ ਗੌਰਮੈਂਟ ਵੀ ਟੈਕਸ ਘਟਾ ਕੇ ਜਿਹੜਾ ਹੈਗਾ ਲੋਕਾਂ ਨੂੰ ਇੱਕ ਰਾਹਤ ਦੇ ਸਕਦੀ ਹੈ। ਪਰ ਹਲੇ ਤੱਕ ਇਹ ਸਰਕਾਰ ਵੀ ਅਜਿਹਾ ਕੁਝ ਕਰਨ 'ਚ ਕਾਮਯਾਬ ਹੁੰਦੀ ਦਿਖਾਈ ਨਹੀਂ ਦੇ ਰਹੀ ਤੇ ਮਹਿੰਗਾਈ ਘਟਣ ਦੀ ਥਾਂ 'ਤੇ ਲਗਾਤਾਰ ਜਿਹੜੀ ਹੈਗੀ ਹੈ ਵੱਧਦੀ ਜਾ ਰਹੀ ਹੈ। ਪਰ ਹੁਣ ਸਰਕਾਰ ਦਾ ਮੰਨਣਾ, ਪੰਜਾਬ ਸਰਕਾਰ ਦਾ ਵੀ, ਕਿ ਜਿਹੜਾ ਜੂਨ ਮਹੀਨੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਹਿਲਾ ਬਜਟ ਆਵੇਗਾ। ਇਸ ਸਰਕਾਰ ਦਾ ਹੁਣ ਤੱਕ ਦਾ ਦਾਅਵਾ ਹੈ ਵੀ ਕਿ ਅਸੀਂ ਕੋਈ ਨਵਾਂ ਟੈਕਸ ਨਹੀਂ ਲਾਵਾਂਗੇ ਤੇ ਇਸ ਤੋਂ ਮਤਲਬ ਕੁਝ ਲੋਕਾਂ ਨੂੰ ਰਾਹਤ ਮਿਲੇਗੀ ਵੀ ਕਿ ਕੋਈ ਨਵਾਂ ਬੋਝ ਨਹੀਂ ਲੋਕਾਂ 'ਤੇ ਪਵੇਗਾ। ਪਰ ਦੋਸਤੋ, ਜਿਵੇਂ ਮਹਿੰਗਾਈ ਦੇਸ਼ 'ਚ ਵੱਧ ਰਹੀ ਹੈ ਤਾਂ ਵੱਡਾ ਸਵਾਲ ਇੱਕ ਇਹ ਖੜਾ ਹੁੰਦਾ ਵੀ ਕਿ ਮਹਿੰਗਾਈ ਵੱਧ ਕਿਉਂ ਰਹੀ ਹੈ, ਇਸ ਦੇ ਪਿੱਛੇ ਕਾਰਨ ਕੀ ਨੇ। ਇਸ ਬਾਰੇ ਨਾ ਤਾਂ ਕੋਈ ਗੱਲ ਕਰ ਰਿਹਾ, ਨਾ ਕੋਈ ਸੋਚਣ ਲਈ ਜਿਹੜਾ ਹੈਗਾ ਕੋਸ਼ਿਸ਼ ਕਰ ਰਿਹਾ ਵੀ ਕਿ ਮਹਿੰਗਾਈ ਜਿਹੜੀ ਹੈਗੀ ਕਿਉਂ ਵੱਧਦੀ ਜਾ ਰਹੀ ਹੈ, ਮਹਿੰਗਾਈ ਦੇ ਪਿੱਛੇ ਕੀ ਕਾਰਨ ਨੇ। ਜੇ ਗੱਲ ਕਰੀਏ ਇਕਨੋਮਿਕਸ ਦੀ, ਤਾਂ ਇਕਨੋਮਿਕਸ ਦੀ ਸਟੱਡੀ ਇੱਕ ਗੱਲ ਕਹਿੰਦੀ ਹੈ ਵੀ ਕਿ ਜਦੋਂ ਕਿਸੇ ਵੀ ਚੀਜ਼ ਦੀ ਡਿਮਾਂਡ ਵੱਧ ਜਾਂਦੀ ਹੈ ਤੇ ਉਸਦੀ ਸਪਲਾਈ ਪੂਰੀ ਨਹੀਂ ਹੋ ਪਾਉਂਦੀ, ਤਾਂ ਜਿਹੜੀ ਹੈ ਸਾਨੂੰ ਦੇਖਣ 'ਚ ਮਿਲਦਾ ਵੀ ਕਿ ਉਹਨਾਂ ਵਸਤੂਆਂ ਦੀ ਕੀਮਤਾਂ ਜਿਹੜੀਆਂ ਹੈ ਅਕਸਰ ਵੱਧ ਜਾਂਦੀਆਂ ਨੇ। ਪਰ ਮੌਜੂਦਾ ਸਮੇਂ ਭਾਰਤ ਦੇਸ਼ ਦੇ ਵਿੱਚ ਅਜਿਹੇ ਕੋਈ ਹਾਲਾਤ ਬਣਦੇ ਦਿਖਾਈ ਨਹੀਂ ਦੇ ਰਹੇ ਵੀ ਕਿ ਕਿਸੇ ਇੱਕ ਵਸਤੂ ਦੀ ਡਿਮਾਂਡ ਇੰਨੀ ਵੱਧ ਗਈ ਹੋਵੇ ਜਿਸ ਦੀ ਸਪਲਾਈ ਪੂਰੀ ਨਾ ਹੋ ਪਾ ਰਹੀ ਹੋਵੇ ਤੇ ਉਸ ਕਰਕੇ ਜਿਹੜਾ ਹੈਗਾ ਇਸ ਮਹਿੰਗਾਈ ਵੱਧ ਰਹੀ ਹੋਵੇ। ਇਸ ਸਮੇਂ ਬਾਜ਼ਾਰ 'ਚ ਕੁਝ ਵੀ ਜਿਹੜਾ ਹੈਗਾ ਖਰੀਦ ਲਓ, ਜਿੰਨੀ ਮਰਜ਼ੀ ਕੁਆਂਟਿਟੀ ਦੇ ਵਿੱਚ ਖਰੀਦ ਲਓ, ਤੁਹਾਨੂੰ ਹਰ ਚੀਜ਼ ਮਿਲ ਜਾਏਗੀ। ਤੇ ਇਸ ਤੋਂ ਸਪਸ਼ਟ ਹੁੰਦਾ ਵੀ ਕਿ ਇਹ ਕਿਤੇ ਨਾ ਕਿਤੇ ਡਿਮਾਂਡ ਐਂਡ ਸਪਲਾਈ ਵਾਲਾ ਜਿਹੜਾ ਮਹਿੰਗਾਈ ਦੇ ਵਿੱਚ ਫਾਰਮੂਲਾ ਲਾਗੂ ਹੁੰਦਾ ਹੈ, ਉਹ ਮੌਜੂਦਾ ਸਮੇਂ ਉਸ ਵਰਗੇ ਕੋਈ ਹਾਲਾਤ ਨਹੀਂ ਹੈਗੇ। ਕੋਈ ਇਸ ਤਰ੍ਹਾਂ ਦੀ ਡਿਮਾਂਡ ਜਿਹੜੀ ਹੈਗੀ ਹੈ ਕਿਸੇ ਇੱਕ ਵਸਤੂ ਦੀ ਵੱਧ ਨਹੀਂ ਹੈ ਜਿਸ ਕਰਕੇ ਮਹਿੰਗਾਈ ਵੱਧ ਰਹੀ ਹੋਵੇ। ਪਰ ਉੱਥੇ ਹੀ ਅਰਥ ਸ਼ਾਸਤਰੀਆਂ ਦਾ ਮੰਨਣਾ ਹੈ ਵੀ ਕਿ ਮਹਿੰਗਾਈ ਇਕੱਲੇ ਭਾਰਤ ਦੇਸ਼ ਦੇ ਵਿੱਚ ਨਹੀਂ ਹੈ, ਇਹ ਪੂਰੀ ਦੁਨੀਆ ਦੇ ਵਿੱਚ ਵੱਧ ਰਹੀ ਹੈ। ਤੇ ਹਾਲੇ ਤੱਕ ਉਹ ਇਹ ਨਹੀਂ ਸਮਝ ਪਾ ਰਹੇ ਵੀ ਕਿ ਇਸ ਮਹਿੰਗਾਈ ਦੇ ਪਿੱਛੇ ਜਿਹੜੇ ਹੈਗੇ ਕੀ ਕਾਰਨ ਹੈ, ਕਿਉਂ ਜਿਹੜੀ ਹੈਗੀ ਮਹਿੰਗਾਈ ਇਹ ਲਗਾਤਾਰ ਵੱਧ ਰਹੀ ਹੈ। ਤੇ ਇਸ ਪਿੱਛੇ ਜਿਹੜਾ ਹੈਗਾ ਉਹਨਾਂ ਦਾ ਇਹ ਵੀ ਤਰਕ ਦੇਣਾ ਵੀ ਕਿ ਗੱਲ ਕਰੀਏ ਅਮਰੀਕਾ ਦੀ, ਜਿਸ ਨੂੰ ਕਿ ਦੁਨੀਆ ਦੇ ਵਿੱਚ ਸਭ ਤੋਂ ਸ਼ਕਤੀਸ਼ਾਲੀ ਦੇਸ਼ ਮੰਨਿਆ ਜਾਂਦਾ, ਉਸ ਦੇ ਵਿੱਚ ਵੀ ਮਹਿੰਗਾਈ ਦੀ ਦਰ 7 ਤੋਂ 8% 'ਤੇ ਪਹੁੰਚ ਚੁੱਕੀ ਹੈ। ਤੇ ਅਮਰੀਕਾ ਦੇ ਵਿੱਚ ਉੱਥੇ ਦੀਆਂ ਸਰਕਾਰਾਂ ਦਾਅਵਾ ਕਰ ਰਹੀਆਂ ਨੇ ਵੀ ਕਿ ਉਹ ਇਸ ਸਾਲ ਇਸ ਮਹਿੰਗਾਈ ਦਰ ਨੂੰ ਘਟਾ ਕੇ 2% ਤੱਕ ਉਹ ਲੈ ਆਉਣਗੇ। ਪਰ ਉਹ ਤਾਂ ਬਾਅਦ ਦੀ ਗੱਲ ਹੈ। ਮੌਜੂਦਾ ਸਮੇਂ ਅਮਰੀਕਾ ਦੇ ਵਿੱਚ ਵੀ ਅਰਥ ਸ਼ਾਸਤਰੀ ਦੱਸ ਰਹੇ ਨੇ ਮਹਿੰਗਾਈ ਦੀ ਦਰ 7 ਤੋਂ 8% 'ਤੇ ਜਿਹੜੀ ਹੈਗੀ ਪਹੁੰਚ ਚੁੱਕੀ ਹੈ। ਪਰ ਉੱਥੇ ਹੀ ਭਾਰਤ ਦੇਸ਼ ਦੀ ਗੱਲ ਕਰੀਏ ਤਾਂ ਉਰੇ ਮਹਿੰਗਾਈ ਵਧਣ ਦੇ ਦੋ ਮੁੱਖ ਕਾਰਨ ਜਿਹੜੇ ਨੇ ਮੰਨੇ ਜਾ ਰਹੇ ਨੇ। ਇਹ ਭਾਰਤ ਨਹੀਂ, ਪੂਰੇ ਦੁਨੀਆ ਦੇ ਵਿੱਚ ਹੀ ਮੰਨੇ ਜਾ ਰਹੇ ਨੇ। ਸਭ ਤੋਂ ਪਹਿਲਾ ਕਾਰਨ ਤਾਂ ਇਹ ਮੰਨਿਆ ਜਾ ਰਿਹਾ ਕਿਉਂਕਿ ਜਿਹੜੀ ਰੂਸ ਅਤੇ ਯੂਕਰੇਨ ਦੇ ਵਿੱਚ ਜੰਗ ਲੱਗੀ ਹੋਈ ਹੈ, ਇਸ ਨੂੰ ਮਹਿੰਗਾਈ ਦਾ ਸਭ ਤੋਂ ਵੱਡਾ ਕਾਰਨ ਦੱਸਿਆ ਜਾ ਰਿਹਾ, ਕਿਉਂਕਿ ਰੂਸ ਅਤੇ ਯੂਕਰੇਨ ਦੀ ਜੰਗ ਕਰਕੇ ਬਹੁਤ ਚੀਜ਼ਾਂ ਅਜਿਹੀਆਂ ਨੇ ਜਿਨ੍ਹਾਂ ਦੀ ਸਪਲਾਈ ਉਹਨਾਂ ਦੋਵੇਂ ਦੇਸ਼ਾਂ ਤੋਂ ਰਾਹੀਂ ਹੁੰਦੀਆਂ ਸੀ ਤੇ ਉਹਨਾਂ 'ਚ ਇੱਕ ਵੱਡੀ ਰੁਕਾਵਟ ਪੈਦਾ ਹੋਈ ਹੈ, ਇੱਕ ਵਿਘਨ ਪੈਦਾ ਹੋਈ ਹੈ, ਜਿਸ ਕਰਕੇ ਜਿਹੜਾ ਹੈਗਾ ਇਹ ਮਹਿੰਗਾਈ ਵਧੀ ਹੈ। ਇੱਕ ਗੱਲ ਤਾਂ ਸਪਸ਼ਟ ਹੈ ਵੀ ਕਿ ਰੂਸ ਅਤੇ ਯੂਕਰੇਨ ਦੀ ਜੰਗ ਕਰਕੇ
ਦੁਨੀਆ ਭਰ ਦੇ ਵਿੱਚ ਕਣਕ ਦੇ ਭਾਅ ਦੇ ਵਿੱਚ ਵਾਧਾ ਹੋਇਆ। ਇਸ ਦੇ ਨਾਲ ਹੀ ਗੱਲ ਕਰੀਏ ਤਾਂ ਸੂਰਜਮੁਖੀ ਦੀ ਜਿਹੜੀ ਸਭ ਤੋਂ ਵੱਧ ਸਪਲਾਈ ਹੈ ਯੂਕਰੇਨ ਤੋਂ ਹੁੰਦੀ ਸੀ, ਤਾਂ ਸੂਰਜਮੁਖੀ ਦੀ ਜਿਹੜੀ ਕੀਮਤ ਹੈ ਦੇਸ਼ ਭਰ ਦੇ ਵਿੱਚ ਵਧੀਆਂ। ਇਹ ਵੀ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ। ਤੇ ਇਸ ਦੇ ਨਾਲ ਹੀ ਜਿਹੜਾ ਹੈਗਾ ਇਸ ਜੰਗ ਕਰਕੇ ਯੂਰਪ ਦੇ ਵਿੱਚ ਪੂਰੇ ਦੇ ਵਿੱਚ ਜਿਹੜਾ ਹੈਗਾ ਤੇਲ ਦੀਆਂ ਕੀਮਤਾਂ ਵੀ ਵੱਧ ਗਈਆਂ ਨੇ, ਤੇ ਉਸ ਕਰਕੇ ਵੀ ਮਹਿੰਗਾਈ ਲਗਾਤਾਰ ਵੱਧਦੀ ਜਾ ਰਹੀ ਹੈ। ਤੇ ਦੂਜਾ ਵੱਡਾ ਕਾਰਨ ਇੱਕ ਇਹ ਵੀ ਮੰਨਿਆ ਜਾ ਰਿਹਾ ਵੀ ਕਿ ਕਰੋਨਾ ਮਹਾਮਾਰੀ ਤੋਂ ਬਾਅਦ ਜਿਹੜਾ ਹੈਗਾ ਚੀਨ ਵੱਲੋਂ ਕਈ ਆਪਣੇ ਸ਼ਹਿਰਾਂ ਦੇ ਵਿੱਚ ਅਜਿਹੀ ਸਖਤ ਪਾਬੰਦੀਆਂ ਲਗਾ ਦਿੱਤੀਆਂ ਗਈਆਂ, ਜਿਸ ਕਰਕੇ ਕਈ ਅਜਿਹੀ ਜ਼ਰੂਰੀ ਵਸਤੂਆਂ ਜਿਨ੍ਹਾਂ ਦੀ ਦੁਨੀਆ ਭਰ 'ਚ ਸਪਲਾਈ ਹੁੰਦੀ ਸੀ, ਉਹ ਸਪਲਾਈ ਕਿਤੇ ਨਾ ਕਿਤੇ ਟੁੱਟ ਗਈ ਹੈ। ਸਪਲਾਈ ਦੇ ਵਿੱਚ ਰੁਕਾਵਟ ਖੜੀ ਹੋ ਰਹੀ ਹੈ। ਇਸ ਕਰਕੇ ਜਿਹੜੀ ਹੈਗੀ ਹੈ ਦੁਨੀਆ ਦੇ ਵਿੱਚ ਮਹਿੰਗਾਈ ਲਗਾਤਾਰ ਵੱਧਦੀ ਜਾ ਰਹੀ ਹੈ। ਤੇ ਭਾਰਤ ਦੇਸ਼ ਦੇ ਵਿੱਚ ਮਹਿੰਗਾਈ ਵਧਣ ਦਾ ਮੁੱਖ ਕਾਰਨ ਜਿਹੜਾ ਹੈਗਾ ਤੇਲ ਕੀਮਤਾਂ ਤੇ ਰਸੋਈ ਗੈਸ ਦੀ ਕੀਮਤਾਂ ਨੂੰ ਮੰਨਿਆ ਜਾ ਰਿਹਾ। ਇਸ ਦੇ ਨਾਲ ਹੀ ਜਿਹੜਾ ਖਾਣ ਪੀਣ ਦੇ ਸਮਾਨ ਦੇ ਜਿਹੜੇ ਤੇ ਖੁਰਾਕੀ ਤੇਲ ਨੇ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਮਹਿੰਗਾਈ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਵੀ ਕਿ ਇਹਨਾਂ ਚੀਜ਼ਾਂ ਕਰਕੇ ਦੇਸ਼ ਦੇ ਵਿੱਚ ਮਹਿੰਗਾਈ ਲਗਾਤਾਰ ਵੱਧਦੀ ਜਾ ਰਹੀ ਹੈ। ਤੇ ਸਾਡੀਆਂ ਸਰਕਾਰਾਂ ਇਸ ਵੱਲ ਧਿਆਨ ਦੇਣ ਲਈ ਬਿਲਕੁਲ ਵੀ ਜਿਹੜਾ ਹੈਗਾ ਧਿਆਨ ਨਹੀਂ ਦੇ ਪਾ ਰਹੀਆਂ, ਤੇ ਨਾ ਹੀ ਇਹ ਮਹਿੰਗਾਈ ਵਧਣ ਤੋਂ ਰੁਕ ਰਹੀ ਹੈ। ਤੁਹਾਨੂੰ ਦੱਸ ਦਈਏ ਵੀ ਕਿ ਭਾਰਤ ਦੇਸ਼ ਦੇ ਵਿੱਚ ਪਿਛਲੇ 13 ਮਹੀਨਿਆਂ ਤੋਂ ਲਗਾਤਾਰ ਮਹਿੰਗਾਈ ਵੱਧ ਰਹੀ ਹੈ, ਤੇਲ ਕੀਮਤਾਂ ਵੱਧ ਰਹੀਆਂ ਸੀ, ਪਰ ਪਿਛਲੇ ਕੁਝ ਸਮੇਂ ਜਿਹੜਾ ਹੈਗਾ ਅੱਜ ਤੋਂ 2 ਮਹੀਨੇ ਪਹਿਲਾਂ ਲਗਭਗ 3 ਮਹੀਨੇ ਤੋਂ ਵੱਧ ਦਾ ਸਮਾਂ ਜਿਹੜਾ ਹੈਗਾ ਦੇਸ਼ ਦੇ ਵਿੱਚ ਤੇਲ ਕੀਮਤਾਂ ਦੇ ਵਿੱਚ ਕੋਈ ਵਾਧਾ ਨਹੀਂ ਹੋਇਆ ਸੀ, ਕਿਉਂਕਿ ਉਸ ਸਮੇਂ ਦੇਸ਼ ਦੇ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਸੀ। ਤੇ ਮੰਨਿਆ ਜਾ ਰਿਹਾ ਵੀ ਕਿ ਉਹਨਾਂ 5 ਸੂਬਿਆਂ ਦੀ ਚੋਣਾਂ ਨੂੰ ਮੁੱਖ ਰੱਖਦਿਆਂ ਹੀ ਜਿਹੜਾ ਹੈਗਾ ਤੇ ਦੇਸ਼ ਦੇ ਵਿੱਚ ਲਗਭਗ 3 ਮਹੀਨਿਆਂ ਤੋਂ ਵੱਧ ਸਮਾਂ ਤੇਲ ਦੀਆਂ ਕੀਮਤਾਂ 'ਚ ਕੋਈ ਵਾਧਾ ਨਹੀਂ ਹੋਇਆ। ਜਿਵੇਂ ਹੀ ਜਿਹੜਾ 10 ਮਾਰਚ ਨੂੰ ਚੋਣਾਂ ਦੇ ਨਤੀਜੇ ਆਉਂਦੇ ਨੇ, ਚੋਣਾਂ ਦੇ ਨਤੀਜੇ ਆਉਣ ਦੇ ਨਾਲ ਹੀ ਤੇਲ ਦੀਆਂ ਕੀਮਤਾਂ 'ਚ ਮੁੜ ਵਾਧਾ ਸ਼ੁਰੂ ਹੋ ਜਾਂਦਾ। ਤੇ ਇਹ ਪਿਛਲੇ 1 ਸਾਲ ਦੇ ਵਿੱਚ ਲਗਭਗ ਤੇਲ ਦੀਆਂ ਕੀਮਤਾਂ 'ਚ 15 ਰੁਪਏ ਦੇ ਕਰੀਬ ਵਾਧਾ ਦਰਜ ਕੀਤਾ ਗਿਆ। 15 ਤੋਂ ਵੱਧ ਵੀ ਹੋ ਸਕਦਾ, 15 ਰੁਪਏ ਘੱਟੋ ਘੱਟ ਜਿਹੜਾ ਹੈਗਾ ਇਹ ਵਾਧਾ ਦਰਜ ਕੀਤਾ ਗਿਆ। ਤੇ ਉਸ ਤੋਂ ਕਰਕੇ ਜਿਹੜਾ ਹੈਗਾ ਦੇਸ਼ ਦੇ ਵਿੱਚ ਲਗਾਤਾਰ ਮਹਿੰਗਾਈ ਵੱਧਦੀ ਜਾ ਰਹੀ ਹੈ। ਤੇ ਉੱਧਰ ਦੂਜੇ ਪਾਸੇ ਦੇਸ਼ ਦੀ ਮਹਿੰਗਾਈ ਨੂੰ ਕੰਟਰੋਲ ਕਰਨ ਲਈ RBI ਵੱਲੋਂ ਵੀ ਜਿਹੜਾ ਹੈਗਾ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਆਪਣੇ ਰੈਪੋ ਰੇਟ ਵਧਾ ਦਿੱਤੇ ਗਏ ਨੇ, ਵਿਆਜ ਦੀਆਂ ਦਰਾਂ ਦੇ ਵਿੱਚ ਵਾਧਾ ਕਰ ਦਿੱਤਾ ਹੈ। ਕਿਉਂਕਿ ਕਿਤੇ ਨਾ ਕਿਤੇ RBI ਦਾ ਮੰਨਣਾ ਹੈ ਵੀ ਕਿ ਜੇ ਮਾਰਕੀਟ ਦੇ ਵਿੱਚ ਪੈਸਾ ਜ਼ਿਆਦਾ ਹੋਵੇਗਾ ਤਾਂ ਉਸ ਨਾਲ ਮਹਿੰਗਾਈ ਵੀ ਜਿਹੜੀ ਹੈਗੀ ਵੱਧਦੀ ਜਾਂਦੀ ਹੈ। ਇਸ ਲਈ ਉਹਨਾਂ ਦੇ ਇਹ ਮੰਨਣਾ ਹੈ ਵੀ ਕਿ ਮੰਡੀਆਂ ਦਾ ਪੈਸਾ ਜੇਕਰ ਬੈਂਕਾਂ ਦੇ ਵਿੱਚ ਵਾਪਸ ਆ ਜਾਵੇਗਾ ਤਾਂ ਉਸ ਨਾਲ ਕਿਤੇ ਨਾ ਕਿਤੇ ਮਹਿੰਗਾਈ ਨੂੰ ਕੰਟਰੋਲ ਕੀਤਾ ਜਾ ਸਕਦਾ, ਮਹਿੰਗਾਈ 'ਤੇ ਨੱਥ ਪਾਈ ਜਾ ਸਕਦੀ ਹੈ। ਪਰ ਅਰਥ ਸ਼ਾਸਤਰੀ ਇਸ ਗੱਲ ਨੂੰ ਬਿਲਕੁਲ ਵੀ ਜਿਹੜਾ ਹੈਗਾ ਨਹੀਂ ਮੰਨਦੇ। ਉਹਨਾਂ ਦਾ ਮੰਨਣਾ ਹੈ ਵੀ ਕਿ ਇਸ ਤਰ੍ਹਾਂ ਦੀ ਕੋਈ ਜਿਹੜਾ ਹੈਗਾ ਤਰਕ ਅੱਜ ਤੱਕ ਸਾਬਤ ਨਹੀਂ ਹੋਇਆ ਵੀ ਕਿ ਮਾਰਕੀਟ 'ਚ ਵਿੱਚੋਂ ਜੇ ਪੈਸਾ ਬੈਂਕਾਂ ਦੇ ਵਿੱਚ ਆ ਜਾਵੇਗਾ ਤਾਂ ਇਸ ਨਾਲ ਜਿਹੜਾ ਹੈਗਾ ਮਹਿੰਗਾਈ ਘਟੇਗੀ। ਪਰ ਇਸ 'ਚ ਕਿੰਨੀ ਕੁ ਸੱਚਾਈ ਹੈ ਜਿਹੜਾ ਇਹ ਤਾਂ ਇੱਕ ਸੋਚਣ ਦਾ ਵਿਸ਼ਾ, ਇੱਕ ਰਿਸਰਚ ਦਾ ਵਿਸ਼ਾ ਹੈ। ਤੇ ਉਸ ਬਾਰੇ ਜਿਹੜਾ ਹੈਗਾ ਅਰਥ ਸ਼ਾਸਤਰੀ ਤੇ ਬੈਂਕ ਦੇਖਣ ਵੀ ਕਿ ਇਹ ਮਹਿੰਗਾਈ ਕਿਉਂ ਵੱਧ ਰਹੀ ਹੈ। ਪਰ ਮੌਜੂਦਾ ਸਮੇਂ ਜਿਹੜੀ ਦੇਸ਼ ਦੇ ਵਿੱਚ ਮਹਿੰਗਾਈ ਵੱਧ ਰਹੀ ਹੈ, ਲੋੜ ਹੈ ਵੀ ਕਿ ਸਾਡੀਆਂ ਸਰਕਾਰਾਂ ਮਹਿੰਗਾਈ ਦੇ ਪਿੱਛੇ ਕਾਰਨ ਲੱਭਣ ਵੀ ਕਿ ਮਹਿੰਗਾਈ ਵੱਧ ਕਿਉਂ ਰਹੀ ਹੈ, ਇਸ ਦੇ ਕਾਰਨ ਕੀ ਨੇ, ਤੇ ਮਹਿੰਗਾਈ ਦਾ ਅਸਰ ਆਮ ਲੋਕਾਂ ਦੇ ਕਿਸ ਤਰ੍ਹਾਂ ਦਾ ਪੈ ਰਿਹਾ। ਦੋਸਤੋ ਦੱਸਣਾ ਚਾਹਾਂਗੇ ਵੀ ਕਿ ਕਰੋਨਾ ਮਹਾਮਾਰੀ ਤੋਂ ਬਾਅਦ ਮਹਿੰਗਾਈ ਜਿਹੜੀ ਹੈ ਲਗਾਤਾਰ ਵੱਧਦੀ ਜਾ ਰਹੀ ਹੈ। ਤੇ ਕਰੋਨਾ ਦੇ ਵਿੱਚ ਵੀ ਜਿਹੜਾ ਹੈਗਾ ਭਾਵੇਂ ਜਿਹੜੀ ਹਰ ਚੀਜ਼ ਦੀ ਤੇਲ ਦੀ ਖਪਤ ਵੀ ਘਟ ਗਈ ਸੀ, ਹੋਰ ਵਸਤੂਆਂ ਦੀ ਖਪਤ ਵੀ ਘਟ ਗਈ ਸੀ, ਪਰ ਮਹਿੰਗਾਈ ਲਗਾਤਾਰ ਵੱਧ ਰਹੀ ਸੀ। ਤੇ ਉਹੀ ਹਾਲ ਹੁਣ ਹੈ ਵੀ ਕਿ ਮਹਿੰਗਾਈ ਵੱਧਦੀ ਜਾ ਰਹੀ ਹੈ, ਲੋਕਾਂ ਦੀ ਆਮਦਨ ਘਟ ਰਹੀ ਹੈ ਤੇ ਸਰਕਾਰਾਂ ਨੂੰ ਲੋੜ ਹੈ ਇਸ ਦੇ ਪਿਛਲੇ ਕਾਰਨ ਲੱਭਣ ਵੀ ਕਿ ਮਹਿੰਗਾਈ ਵੱਧ ਕਿਉਂ ਰਹੀ ਹੈ ਤੇ ਮਹਿੰਗਾਈ ਨੂੰ ਕੰਟਰੋਲ ਕਿਵੇਂ ਕੀਤਾ ਜਾ ਸਕਦਾ। ਇਸ ਲਈ ਵੀ ਬੈਠ ਕੇ ਇੱਕ ਰਣਨੀਤੀ ਤਿਆਰ ਕੀਤੀ ਜਾਵੇ, ਇੱਕ ਠੋਸ ਜਿਹੜੀ ਹੈਗੀ ਆ ਪਾਲਿਸੀ, ਕੋਈ ਨੀਤੀ ਬਣਾਈ ਜਾਵੇ। ਤੇ ਉੱਥੇ ਹੀ ਵੱਡਾ ਜਿਹੜਾ ਇੱਕ ਵਿਰੋਧੀ ਧਿਰ ਨੂੰ ਵੀ ਇਸ ਬਾਰੇ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ ਤੇ ਸਰਕਾਰ ਨੂੰ ਸਮੇਂ-ਸਮੇਂ 'ਤੇ ਘੇਰਨਾ ਚਾਹੀਦਾ ਵੀ ਕਿ ਦੇਸ਼ ਦੇ ਵਿੱਚ ਮਹਿੰਗਾਈ ਲਗਾਤਾਰ ਵੱਧਦੀ ਜਾ ਰਹੀ ਹੈ, ਸਰਕਾਰ ਕੀ ਕਰ ਰਹੀ ਹੈ। ਤੇ ਅਜਿਹਾ ਕੁਝ ਕਰਨ 'ਚ ਵਿਰੋਧੀ ਧਿਰ ਵੀ ਕਿਤੇ ਨਾ ਕਿਤੇ ਨਾਕਾਮ ਦਿਖਾਈ ਦੇ ਰਿਹਾ। ਉਹ ਸਰਕਾਰ ਨੂੰ ਪੁੱਛ ਨਹੀਂ ਰਿਹਾ ਵੀ ਕਿ ਮਹਿੰਗਾਈ ਵਧਣ ਦੇ ਕਾਰਨ ਕੀ ਨੇ ਜਾਂ ਮਹਿੰਗਾਈ ਕਿਉਂ ਵੱਧ ਰਹੀ ਹੈ। ਤਾਂ ਇਸ ਵੱਧ ਰਹੀ ਮਹਿੰਗਾਈ 'ਚ ਜਿੱਥੇ ਮੌਜੂਦਾ ਸਰਕਾਰਾਂ ਜ਼ਿੰਮੇਵਾਰ ਨੇ, ਉੱਥੇ ਵਿਰੋਧੀ ਧਿਰ ਵੀ ਜ਼ਿੰਮੇਵਾਰ ਹੈ। ਲੋੜ ਹੈ ਹੁਣ ਵਿਰੋਧੀ ਧਿਰ ਇਕੱਠਾ ਹੋਵੇ, ਲੋਕ ਇਕੱਠੇ ਹੋਣ, ਸਰਕਾਰਾਂ ਨੂੰ ਘੇਰਨ ਤੇ ਪੁੱਛਣ ਵੀ ਕਿ ਮਹਿੰਗਾਈ ਦੇ ਪਿਛਲੇ ਕਾਰਨ ਕੀ ਹੈ, ਮਹਿੰਗਾਈ 'ਤੇ ਨੱਥ ਕਿਉਂ ਨਹੀਂ ਪੈ ਰਹੀ, ਤੇ ਜੇ ਨੱਥ ਪਾਉਣੀ ਹੈ ਤਾਂ ਸਰਕਾਰਾਂ ਨੂੰ ਕਿਸ ਤਰ੍ਹਾਂ ਦੇ ਫੈਸਲੇ ਲੈਣੇ ਪੈਣਗੇ। ਉਸ ਲਈ ਸਰਕਾਰਾਂ ਨੂੰ ਸਵਾਲ ਕਰਨੇ ਚਾਹੀਦੇ ਆ ਤਾਂ ਜੋ ਸਰਕਾਰਾਂ ਇੱਕ ਠੋਸ ਨੀਤੀ, ਇੱਕ ਰਣਨੀਤੀ ਤਿਆਰ ਕਰ ਸਕਣ ਤੇ ਦੇਸ਼ ਦੇ ਵਿੱਚ ਜਿਹੜੀ ਇਹ ਮਹਿੰਗਾਈ ਲਗਾਤਾਰ ਵੱਧ ਰਹੀ ਹੈ, ਇਸ ਨੂੰ ਕਿਸੇ ਨਾ ਕਿਸੇ ਢੰਗ ਨਾਲ ਜਿਹੜਾ ਹੈ ਕੰਟਰੋਲ ਕੀਤਾ ਜਾ ਸਕੇ, ਤਾਂ ਜੋ ਇੱਕ ਗਰੀਬ ਵਰਗ ਨਾਲ ਜੁੜੇ ਲੋਕ, ਮੱਧਮ ਵਰਗ ਨਾਲ ਜੁੜੇ ਲੋਕ, ਭਾਵੇਂ ਅਮੀਰ ਵੀ ਹੋਣ, ਇਸ ਮਹਿੰਗਾਈ ਦਾ ਅਸਰ ਸਭ 'ਤੇ ਪੈਂਦਾ
ਤੇ ਹਰ ਬੰਦਾ ਜਿਹੜਾ ਹੈਗਾ ਖੁਸ਼ੀ-ਖੁਸ਼ੀ ਆਪਣਾ ਜੀਵਨ ਬਤੀਤ ਕਰ ਸਕੇ। ਇਸ ਲਈ ਲੋੜ ਹੈ ਸਾਡੀਆਂ ਮੌਜੂਦਾ ਸਰਕਾਰਾਂ ਨੂੰ ਉਹ ਇਸ ਬਾਰੇ ਸੋਚਣ, ਵਿਚਾਰ ਕਰਨ ਤੇ ਇਸ ਦੇ ਹੱਲ ਜ਼ਰੂਰ ਲੱਭਣ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।